ਕਿਹੋ ਜਿਹਾ ਸਮਾਂ ਆਵੇਗਾ ਆਉਣ ਵਾਲੇ ਸਮੇਂ 'ਚ, ਕਲਯੁਗ ਕਿਵੇਂ ਵਰਤੇਗਾ। ਵਧਹਿ ਰਾਜ ਨ੍ਰਿਪ ਕਹੀਐ ਸੋਏ। ਮਹਾਰਾਜ ਕਲਯੁਗ ਦੇ ਵਿੱਚ ਆਪ ਜੀ ਦੇ ਖਾਲਸੇ ਦਾ ਰਾਜ ਵੀ ਹੋਣਾ, ਆਪ ਜੀ ਨੇ ਬਚਨ ਕੀਤੇ ਨੇ, ਪਰ ਕਲਯੁਗ ਦਾ ਵੀ ਰਾਜ ਹੈ, ਨਾਲ ਨਾਲ ਤਾਂ ਕਲਯੁਗ ਵੀ ਚੱਲਦਾ। ਹਿਰਦੈ ਖਾਲਸੇ ਲਾਲਸ ਲਹੋ। ਮਹਾਰਾਜ ਤੁਸੀਂ ਆਪਣੇ ਖਾਲਸੇ ਦੇ ਰਾਜ ਦੀ ਇੱਛਾ ਕਰਦੇ ਹੋ ਕਿ ਖਾਲਸੇ ਦਾ ਰਾਜ ਹੋਣਾ। ਭੂਤ ਭਵਿੱਖਤ ਕੀ ਗਤ ਕਹੋ। ਮਹਾਰਾਜ ਕੱਲੂ ਦਾ ਜਿਹੜਾ ਵਰਤਾਰਾ ਹੈ ਉਹ ਤੁਸੀਂ ਜਾਣਦੇ, ਆਉਣ ਵਾਲੇ ਸਮੇਂ 'ਚ ਕੀ ਵਰਤਣਾ, ਪਿੱਛੇ ਕੀ ਹੋਇਆ ਉਹ ਵੀ ਜਾਣਦੇ ਹੋ। ਇਮ ਸੁਨ ਸਿੰਘਨ ਕੀ ਅਰਦਾਸ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਿੰਘਾਂ ਦੀ ਬੇਨਤੀ ਸੁਣ ਕੇ, ਤੇਰੇ ਕਲਗੀਧਰ ਕੀਨ ਪ੍ਰਕਾਸ਼। ਪਾਤਸ਼ਾਹ ਜੀ ਮਹਾਰਾਜ ਜੀ ਨੇ ਕਲਯੁਗ ਦਾ ਸੁਭਾਅ, ਕਲਯੁਗ ਦੀ ਵਿਰਤੀ ਦੱਸਣ ਲੱਗੇ। 4,32,000। ਮਹਾਰਾਜ ਜੀ ਕਹਿੰਦੇ ਸਿੱਖੋ ਕਲਯੁਗ ਦੀ ਉਮਰ 4,32,000 ਸਾਲ ਹੈ। 4,32,000 ਸਾਲ ਦਾ ਕਲਯੁਗ ਹੈ। ਕਲੋ ਆਰਬਲ ਕਰੀ ਉਚਾਰਾ। ਕਲਯੁਗ ਦੀ ਆਰਬਲਾ, ਕਲਯੁਗ ਦੀ ਜਿਹੜੀ ਉਮਰ ਹੈ ਉਹ ਇੰਨੀ ਦੱਸੀ ਹੈ। ਜਿਸ ਮੈਂ ਸੰਤ ਹੋਏ ਬ੍ਰਹਮ ਗਿਆਨੀ। ਇਸ ਕਲਯੁਗ ਦੇ ਵਿੱਚ ਗਿਆ ਸੀ ਕਿ ਇੱਕ ਪੂਰਨ ਮਹਾਤਮਾ ਅਕਾਲ ਪੁਰਖ ਦਾ ਅਵਤਾਰ ਹੋਣਗੇ, ਯਾਨੀ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੋਣਗੇ। ਉਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਕਲਯੁਗ ਵਿੱਚ। ਸਗਰੇ ਦੁੱਖ ਕਰੇ ਸੁਹਾਨੀ। ਉਹ ਸੰਸਾਰ ਦੇ ਸਮਸਤ ਜੀਵਾਂ ਦੇ ਜਿਹੜੇ ਉਹਨਾਂ ਦੀ ਸ਼ਰਨ 'ਚ ਜਾਉਣਗੇ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨਗੇ। ਦੋਹਰਾ ਕਾਲ ਦਰਸ਼ਨ ਕੇ ਕਾਰਣੇ ਉਠੇ ਪ੍ਰਾਤ ਇੱਕ ਬਰਖ। 1 ਸਾਲ ਦੀ ਬਾਤ ਹੈ ਕਿ ਕਲਯੁਗ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉੱਠ ਕੇ ਆਇਆ। ਮਹਾਰਾਜ ਜਗਤ ਗੁਰੂ ਬਾਬਾ ਜੀ ਦੇ ਦੀਦਾਰ ਕਰਨ ਵਾਸਤੇ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ। ਦੱਸਿਆ ਜਾਂਦਾ ਹੈ ਇਤਿਹਾਸਕ ਸਥਾਨ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਲਾਗੇ, ਇੱਥੇ ਕਲਯੁਗ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਹਾਜ਼ਰ ਹੋਇਆ। 2 ਵਾਰੀ ਮਿਲਣੀ ਦੱਸਦੇ ਨੇ ਸਤਿਗੁਰਾਂ ਦੇ ਨਾਲ ਕਲਯੁਗ ਦੀ ਭੇਟ ਹੋਈ ਹੈ। ਇੱਕ ਵਾਰ ਇੱਥੇ ਵੀ ਭੇਟ ਹੋਈ ਸੰਗਰੂਰ ਨਾਨਕਿਆਣਾ ਸਾਹਿਬ ਮਹਾਰਾਜ ਜੀ ਦਾ ਪਾਵਨ ਸਥਾਨ ਹੈ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ। ਪਾਤਸ਼ਾਹ ਕਲਗੀਧਰ ਕਹਿੰਦੇ ਇੱਕ ਵਾਰ 1 ਸਾਲ ਦੀ ਬਾਤ ਹੈ ਕਿ ਕਲਯੁਗ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉੱਠ ਕੇ ਆਇਆ। ਨਗਰ ਦੂਰ ਹੋਏ ਦੇਖੀਐ ਤਬ ਦਰਸਾਵੈ ਹਰਖ। ਤੋਂ ਬਾਹਰ ਦੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਣ ਕੇ ਤਿਸ ਨੇ ਦਰਸ਼ਨ ਕੀਤੇ। ਦਰਸ਼ਨ ਕਰਕੇ ਦੇ ਮਨ 'ਚ ਬੜਾ ਹਰਖ ਖੁਸ਼ੀ ਹੋਈ। ਅੱਜ ਵੀ ਸੰਗਰੂਰ ਤੋਂ ਬਾਹਰ ਕਰਕੇ ਮਹਾਰਾਜ ਜੀ ਦਾ ਇਹ ਸਥਾਨ ਹੈ, ਸ਼ਹਿਰ ਤੋਂ ਬਾਹਰ ਵਾਰੀ ਹੈ। ਉਸ ਵੇਲੇ ਹੋਰ ਹੀ ਬਾਹਰ ਜੰਗਲ ਦਾ ਇਲਾਕਾ ਹੀ ਹੋਵੇਗਾ ਜਦੋਂ ਸਤਿਗੁਰੂ ਇੱਥੇ ਆਏ ਹਨ। ਕਹਿੰਦੇ ਕਿ ਦੂਰ ਜਾ ਕੇ ਬਾਹਰ ਨਗਰ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਡੇਰਾ ਸੀ, ਉੱਥੇ ਆ ਕੇ ਬੜੀ ਖੁਸ਼ੀ ਨਾਲ ਇਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ। ਕਿਸ ਅਵਸਥਾ ਵਿੱਚ ਆਇਆ ਮਹਾਰਾਜ ਜੀ ਉਹ ਵੀ ਦੱਸਦੇ ਹਨ। ਨਗਨ ਸ਼ਿਸ਼ਨ ਬਾਤਲ ਵਪੋ ਕਰ ਮੈਂ ਭੋਜਨ ਖਾਏ। ਪੇੜੋਂ ਨਗਨ ਸੀ ਤੇ ਹੱਥ ਦੇ ਵਿੱਚ ਆਪਣੀ ਇੰਦਰੀ ਪਕੜੀ ਹੋਈ ਹੈ। ਇੱਕ ਹੱਥ ਵਿੱਚ ਇੰਦਰੀ ਪਕੜੀ ਹੋਈ ਹੈ ਔਰ ਦੂਜੇ ਹੱਥ ਦੇ ਵਿੱਚ ਕੁਝ ਨਾ ਭੋਜਨ ਹੈ, ਉਹ ਖਾ ਰਿਹਾ ਆਪਣੇ ਮੂੰਹ ਦੇ ਨਾਲ। ਇੱਕ ਹੱਥ ਵਿੱਚ ਇੰਦਰੀ ਹੈ, ਦੂਜੇ ਹੱਥ ਦੇ ਵਿੱਚ ਭੋਜਨ ਪਕੜ ਕੇ ਖਾ ਰਿਹਾ ਹੈ। ਨੀਲ ਵਸਨ ਬੋਲੇ ਨੀਲੇ ਰੰਗ ਦੇ ਕੱਪੜੇ ਪਾਏ ਤੇ ਹੱਸ ਹੱਸ ਕੇ ਬੋਲਦਾ। ਸਹਿਜ ਸੁਭਾਏ ਨਹਾਏ। ਸੁਭਾਏ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਨਹਾਏ ਦਾ ਮਤਲਬ ਹੁੰਦਾ ਸੀਸ ਨਵਾ ਕੇ ਇਹਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਦਰਸ਼ਨ ਤੇ ਪਾਤਕ ਗਏ ਮਿਟੇ ਸੰਕ ਸਭ ਦੇਹ। ਮਹਾਰਾਜ ਜੀ ਦੇ ਇਸ ਹਾਲਤ ਵਿੱਚ ਇਹਨੇ ਆ ਕੇ ਦਰਸ਼ਨ ਕੀਤੇ। ਭਾਈ ਬਾਲਾ ਜੀ ਨੇ ਪੁੱਛਿਆ, ਮਹਾਰਾਜ ਇਹ ਕਿਹੋ ਜਿਹੀ ਦਸ਼ਾ ਵਿੱਚ ਆਇਆ, ਕੌਣ ਹੈ? ਪਾਤਸ਼ਾਹ ਕਹਿੰਦੇ ਕਲਯੁਗ ਹੈ। ਇਹ ਦੱਸ ਰਿਹਾ ਕਲਯੁਗ ਦੇ ਇਹਦੇ ਵਰਤਾਰੇ ਵਿੱਚ ਜ਼ੁਬਾਨ ਦੇ ਰਸੀਏ ਤੇ ਇੰਦਰੀ ਦੇ ਰਸੀਏ ਨੇ ਸੰਸਾਰ ਦੇ ਵਿੱਚ। ਖਾਣਾ ਤੇ ਭੋਗਣਾ ਇਹ ਪਸ਼ੂਆਂ ਵਾਲੀਆਂ ਬਿਰਤੀਆਂ ਜਿਹੜੀਆਂ ਨੇ ਇਹੀ ਮਨੁੱਖਾਂ ਦੇ ਵਿੱਚ ਨੇ। ਇਹਦੇ ਸਮੇਂ ਵਿੱਚ ਖਾਣਾ ਤੇ ਭੋਗਣਾ ਇਹਦੇ ਵਿੱਚ ਹੀ ਜੀਵ ਵਿਅਸਤ ਨੇ, ਇਹਦੇ ਵਿੱਚ ਹੀ ਲੱਗੇ ਹੋਏ ਨੇ। ਕਲਯੁਗ ਦਾ ਵਰਤਾਰਾ ਹੈ।
ਫਿਰ ਕਲਯੁਗ ਨੇ ਜਿਹੜੇ ਨੀਲੇ ਰੰਗ ਦੇ ਵਸਤਰ ਪਾਏ ਨੂੰ ਇਹ ਦੱਸ ਰਿਹਾ ਹੈ ਕਿ ਇਸ ਵੇਲੇ ਮੁਸਲਮਾਨਾਂ ਦਾ ਰਾਜ ਹੈ। ਇਹਦੇ ਸਮੇਂ 'ਚ ਇਹਦਾ ਰਾਜ ਜਿਹੜਾ ਉਹ ਚੱਲ ਰਿਹਾ ਹੈ। ਜਦੋਂ ਸਤਿਗੁਰਾਂ ਦੇ ਆ ਕੇ ਨੇ ਦਰਸ਼ਨ ਕੀਤੇ, ਕਲਗੀਧਰ ਕਹਿੰਦੇ ਉਹਦੇ ਵੀ ਪਾਤਕ ਹਰੇ ਗਏ ਇੱਕ ਵਾਰ। ਉਹ ਕਲਯੁਗ ਵੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਇੱਕ ਵਾਰੀ ਆਪਣੇ ਪਾਤਕਾਂ ਤੋਂ ਮੁਕਤ ਹੋ ਗਿਆ। ਜੋ ਬੋਲੇ ਸੋ ਵਾਕ ਉਠ ਚਿਤਵਤ ਪੂਰਨ ਲੇਹ। ਕਹਿੰਦੇ ਜਿਹੜੇ ਬਚਨ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਕਹੇ ਸੀ ਕਲਯੁਗ ਦੇ ਨਾਲ, ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਬਚਨਾਂ ਨੂੰ ਪੜ੍ਹੇਗਾ ਉਹ ਜੋ ਚਿਤਵੇਗਾ ਉਸ ਦੀ ਭਾਵਨਾ ਪੂਰਨ ਹੋਵੇਗੀ। ਜਿਹੜੇ ਬਚਨ ਸਨ ਜਿਹੜੇ ਉਸ ਵੇਲੇ ਕਲਯੁਗ ਦੇ ਨਾਲ ਮਹਾਰਾਜ ਜੀ ਨੇ ਉਚਾਰੇ ਸਨ, ਮਹਾਰਾਜ ਜੀ ਦਾ ਪਾਵਨ ਅੰਮ੍ਰਿਤ ਬਚਨ ਰਾਗ ਸ੍ਰੀ ਰਾਗ ਦਾ ਪਹਿਲਾ ਸ਼ਬਦ ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨ ਆਵੈ ਨਾਉ। ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨ ਆਵੈ ਨਾਉ। ਸਿੱਧ ਹੋਆ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨ ਆਵੈ ਨਾਉ। ਇਹ ਬਚਨ ਮਹਾਰਾਜ ਜੀ ਨੇ ਉੱਚ ਸੁਲਤਾਨ ਹੋਆ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨ ਆਵੈ ਨਾਉ। ਕਲਗੀਧਰ ਜੀ ਇਸ ਸ਼ਬਦ ਵੱਲ ਇਸ਼ਾਰਾ ਕਰਦੇ ਨੇ, ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ ਸ਼ਬਦ ਨੂੰ ਜਾਪ ਨੂੰ ਜਪੇਗਾ ਕਲਯੁਗ ਦਾ ਪ੍ਰਭਾਵ ਉਹਦੇ ਤੇ ਨਹੀਂ ਪਵੇਗਾ। ਕਈ ਕਹਿੰਦੇ ਆ ਨਾ ਜੀ ਕਲਯੁਗ ਹੈ ਜੀ, ਸਾਡੇ ਕੋਲੋਂ ਭਜਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਬਚਨ ਪੜ੍ਹੋ, ਗੁਰੂ ਨਾਨਕ ਸਾਹਿਬ ਦੇ ਕਲਯੁਗ ਦਾ ਪ੍ਰਭਾਵ ਪੈਣ ਹੀ ਨਹੀਂ ਲੱਗਾ ਉੱਤੇ, ਕਲਯੁਗ ਦਾ ਅਸਰ ਹੀ ਨਹੀਂ ਹੋਵੇਗਾ ਔਰ ਮਨ ਦੀਆਂ ਚੇਤਵਨੀਆਂ ਪੂਰਨ ਹੋਣਗੀਆਂ। ਦੋਹਰਾ ਜਬ ਪਾਂਡਵ ਹਟ ਗਏ ਸਬਾਜਾ। ਦੁਆਪਰ ਯੁੱਗ ਦੀ ਸਮਾਪਤੀ ਵੇਲੇ ਪਾਂਡਵਾਂ ਦਾ ਰਾਜ ਖਤਮ ਹੋਇਆ। ਜਦੋਂ ਪਾਂਡਵਾਂ ਦਾ ਰਾਜ ਹਟ ਗਿਆ, ਪਾਂਡਵਾਂ ਦਾ ਰਾਜ ਚਲਾ ਗਿਆ। ਮਾਗਧ 1000 ਕੇ ਰਾਜਾ। ਉਸ ਤੋਂ ਬਾਅਦ ਮਾਗਧ ਜਿਹੜਾ ਵੰਸ਼ ਸੀ, ਮਾਗਧ ਵੰਸ਼ ਦਾ ਰਾਜ ਰਿਹਾ 1000 ਸਾਲ ਤੱਕ ਮਗਧ ਰਾਜ ਰਿਹਾ। ਮਾਗਧਾਂ ਨੇ ਰਾਜ ਕੀਤਾ ਹੈ। ਤਿਨ ਪਛਾਤ ਨੰਦ ਕੇ ਰਾਜੇ। ਉਸ ਤੋਂ ਬਾਅਦ ਫਿਰ ਨੰਦ ਕੀ ਸੰਗਿਆ ਦੇ ਜਿਹੜੇ ਰਾਜੇ ਜਿਨ੍ਹਾਂ ਨੇ ਮੁੰਡਨ ਦੀ ਪ੍ਰਥਾ ਚਲਾਈ, ਕੇਸ ਕੱਟਣ ਦੀ, ਉਹਨਾਂ ਦਾ ਰਾਜ ਹੋਇਆ। 1500 ਸਾਲ ਉਹਨਾਂ ਨੇ ਰਾਜ ਕੀਤਾ। 1500 ਸੋ ਭੋਗੇ ਸਮਾਜੇ। 1500 ਸਾਲ ਰਾਜੇ ਨੰਦਾ ਨੇ ਰਾਜ ਕੀਤਾ, ਰਾਜ ਭਾਗ ਭੋਗਿਆ। ਪਰਸ਼ੁਰਾਮ ਸਮ ਸੇ ਜਗ ਹੋਏ। ਪਰਸ਼ੁਰਾਮ ਦੇ ਸਮੇਤ ਜਗਤ ਵਿੱਚ ਹੋਏ। ਸ਼ੂਦਰ ਛਾਪ ਕੀਨੀ ਸਭ ਕੋ। ਸਾਰਿਆਂ ਦੇ ਸਿਰ ਤੇ ਸ਼ੂਦਰ ਛਾਪ ਕੀਤੀ, ਯਾਨੀ ਕਿ ਮੁੰਡਨ ਦੀ ਜਿਹੜੀ ਪ੍ਰਥਾ ਸੀ। ਰਾਜੇ ਨੰਦਾ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਕਦੇ ਮੁੰਡਨ ਨਹੀਂ ਸੀ ਹੁੰਦਾ, ਕੇਸ ਨਹੀਂ ਸੀ ਕੱਟੇ ਜਾਂਦੇ। ਇਹਨਾਂ ਨੇ ਕੇਸ ਕੱਟਣ ਦੀ ਜਿਹੜੀ ਫਿਰਤ ਸੀ ਚਲਾਈ। ਬ੍ਰਾਹਮਣਾਂ ਦੇ ਪਹਿਲਾਂ ਸਿਰ ਮੁੰਨੇ, ਫਿਰ ਉਹਨਾਂ ਕੋਲੋਂ ਸੂਤਰ ਬਣਾ ਕੇ ਉਹ ਵੇਦਾਂ ਵਿੱਚ, ਸ਼ਾਸਤਰਾਂ ਵਿੱਚ, ਗ੍ਰੰਥਾਂ ਵਿੱਚ ਦਰਜ ਕਰਵਾ ਦਿੱਤੇ ਔਰ ਮੁੰਡਨ ਦੀ ਪ੍ਰਥਾ ਆਪਣੇ ਰਾਜ ਦੇ ਵਿੱਚ ਇਹਨਾਂ ਨੇ ਚਲਾ ਦਿੱਤੀ। ਜਗ ਮਹਿ ਦਿਜ ਆਦਿਕ ਜੇ ਭਏ। ਬ੍ਰਾਹਮਣ ਆਦਿਕ ਹੋਏ ਜਗਤ ਵਿੱਚ ਇਹਨਾਂ ਦੇ ਸਮੇਂ। ਸਿਰ ਮੁਖ ਸਭਨ ਮੁੰਡਾਏ ਸੋ ਦਏ। ਛਤਰੀ ਖੱਤਰੀ ਹੋਏ ਸਾਰਿਆਂ ਦੇ ਸਿਰ ਮੂੰਹ ਮਨਾਣੇ ਇਹਨਾਂ ਨੇ ਸ਼ੁਰੂ ਕਰ ਦਿੱਤੇ। ਦੇਸ਼ ਦੂਰ ਸਭ ਇੱਕ ਸਮ ਕਰੇ। ਸਾਰੇ ਇੱਕੋ ਜਿਹੇ ਬਣਾ ਦਿੱਤੇ, ਇੱਕੋ ਜਿਹੇ ਕਰ ਦਿੱਤੇ, ਸਿਰ ਮੂੰਹ ਮੁੰਨ ਕੇ ਪਤਾ ਹੀ ਨਹੀਂ ਲੱਗਦਾ। ਦੋਖ ਅਧਿਕ ਵਿਆਪਿਓ ਸਮਸਰੇ। ਇਹਨਾਂ ਨੇ ਬੜਾ ਵੱਡਾ ਦੋਸ਼ ਸਮਾਜ ਦੇ ਵਿੱਚ ਵਿਆਪਿਆ, ਬੜਾ ਵੱਡਾ ਕਲੰਕ ਸਮਾਜ ਨੂੰ ਇਹਨਾਂ ਲੋਕਾਂ ਨੇ ਰਾਜੇ ਨੰਦਾ ਨੇ ਦਿੱਤਾ। ਰਾਜਪੂਤ ਜੇ ਦਾਸੇ ਨੰਦ। ਇਸ ਤੋਂ ਬਾਅਦ ਫਿਰ ਰਾਜਪੂਤਾਂ ਦਾ ਰਾਜ ਹਿੰਦੁਸਤਾਨ ਦੇ ਵਿੱਚ ਹੋਇਆ। ਪੰਜ ਪੁਸ਼ਤ ਕੇ ਰਾਜ ਬਿਲੰਦ। ਪੂਤ ਕਹੇ ਜਾਂਦੇ ਸਨ। ਇਹਨਾਂ ਨੇ ਕਹਿੰਦੇ ਬਹੁਤ ਪੁਸ਼ਤਾਂ ਰਾਜ ਕੀਤਾ, 10 ਪੁਸ਼ਤਾਂ ਇਹਨਾਂ ਦੀਆਂ ਰਾਜ ਕਰਕੇ ਗਈਆਂ। ਸੌਰਜ ਮੌਰਜ ਤੂਰਜ ਹੋਏ। ਇਹਨਾਂ ਵਿੱਚ ਸੌਰਜ ਦਾ ਮਤਲਬ ਸੂਰਜਵੰਸ਼ੀ ਰਾਜੇ ਹੋਏ।
ਮੌਰਜ ਮੋਰੀਆ ਵੰਸ਼ੀ ਜਿਹੜੇ ਉਹ ਵੀ ਰਾਜ ਇਹਨਾਂ ਦੇ ਰਾਜ ਕਰਦੇ ਰਹੇ। ਇਸੇ ਤਰ੍ਹਾਂ ਤੂਰਜ ਜਿਹੜੇ ਚੌਹਾਨ ਸਨ, ਪ੍ਰਿਥੀ ਰਾਜ ਚੌਹਾਨ ਵਰਗੇ, ਫਿਰ ਉਹਨਾਂ ਦਾ ਰਾਜ ਰਿਹਾ। ਬਹੁਰ ਪਠਾਨ ਰਾਜ ਲੈ ਸੋਏ। ਚੌਹਾਨਾਂ ਦੇ ਰਾਜ ਤੋਂ ਬਾਅਦ ਫਿਰ ਪਠਾਨ ਜਿਹੜੇ ਸਨ ਉਹ ਆਏ ਹਿੰਦੁਸਤਾਨ ਦੇ ਵਿੱਚ। ਮੁਹੰਮਦ ਗੌਰੀ ਵਰਗਿਆਂ ਨੇ ਆ ਕੇ ਕਾਬਜ ਕੀਤਾ ਹਿੰਦੁਸਤਾਨ ਤੇ ਰਾਜ ਕਰਨ ਲੱਗੇ। ਪਠਾਨਾਂ ਦਾ ਰਾਜ ਹੋਇਆ। ਮੁਗਲ ਭਏ ਤਨ ਤੇ ਪਛਤਾਪੇ। ਉਹਨਾਂ ਤੋਂ ਬਾਅਦ ਫਿਰ ਮੁਗਲਾਂ ਦਾ ਰਾਜ ਹੋਇਆ। ਬਾਬਰ ਤੋਂ ਫਿਰ ਅੱਗੇ ਮੁਗਲਾਂ ਦਾ ਰਾਜ ਸ਼ੁਰੂ ਹੋ ਜਾਂਦਾ ਹੈ। ਬਾਬਰ ਆਇਆ ਹਿੰਦੁਸਤਾਨ ਗੁਰੂ ਨਾਨਕ ਸਾਹਿਬ ਦੇ ਵੇਲੇ ਚੜ੍ਹ ਕੇ। ਉਹਨੇ ਆ ਕੇ ਹਿੰਦੁਸਤਾਨ ਦੇ ਵਿੱਚ ਮੁਗਲ ਰਾਜ ਸਾਮਰਾਜ ਕਾਇਮ ਕੀਤਾ। ਰਜਾ ਭਏ ਸਭ ਔਰ ਜਾਤੇ। ਹੋਰ ਇੱਕ ਢੰਗ ਬਣਾ ਦਿੱਤਾ, ਸਾਰੀ ਪ੍ਰਜਾ ਨੂੰ ਗੁਲਾਮ ਕਰਕੇ ਉਹਨਾਂ ਨੂੰ ਗੁਲਾਮੀ ਦੇ ਵਿੱਚ ਰੱਖਿਆ। ਹੁਣ ਰੌਰਾ ਕੇ ਤਕ ਦਿਨ ਪਰੈ। ਮਹਾਰਾਜ ਜੀ ਕਹਿੰਦੇ ਇਹਨਾਂ ਦਾ ਰੌਲਾ ਥੋੜਾ ਸਮਾਂ, ਔਰੰਗਜ਼ੇਬ ਤੋਂ ਬਾਅਦ ਰੌਲਾ ਸ਼ੁਰੂ ਹੋ ਜਾਣਾ ਮੁਗਲਾਂ ਦਾ। ਇਹਨਾਂ ਦਾ ਰੌਲਾ ਥੋੜਾ ਸਮਾਂ ਬਾਅਦ ਵਿੱਚ ਚੱਲੇਗਾ। ਸੈਨ ਕਾਬਲੀ ਤੇ ਸਭ ਡਰੈ। ਕਹਿੰਦੇ ਹੋਲੇ ਜੇ ਕੁਝ ਸਮੇਂ ਬਾਅਦ ਕਾਬਲ ਤੋਂ ਸੈਨਾ ਆਉਣੀ ਹੈ। ਕਾਬਲ ਤੇ ਕੁੱਤਾ ਮੰਗਵਾਉ, ਮਹਾਰਾਜ ਜੀ ਦੇ ਬਚਨ ਨੇ। ਕਹਿੰਦੇ ਕਾਬਲ ਤੋਂ ਆਏਗਾ ਚੜ ਕੇ, ਨਾਦਰ ਅਬਦਾਲੀ ਵੱਲ ਇਸ਼ਾਰਾ ਹੈ। ਉਹਦੇ ਤੋਂ ਏਦਾਂ ਕੰਬਣਗੇ ਥਰ ਥਰ ਜਿਵੇਂ ਕਾਂ ਗਲੇਲ ਤੋਂ ਡਰਦਾ ਹੈ। ਇਹਨਾਂ ਦੇ ਰਾਜ ਭਾਗ ਦੇ ਵਿੱਚ ਕਹਿੰਦੇ ਡਾਵਾਂ ਡੋਲ ਹੋ ਜਾਣਗੇ। ਮਹਾਰਾਜ ਕਲਗੀਧਾਰੇ ਬਚਨ ਪਹਿਲਾਂ ਹੀ ਕਰ ਰਹੇ ਨੇ। ਤੋ ਦਸਵੇਂ ਪਾਤਸ਼ਾਹ ਕਹਿੰਦੇ ਏਦਾਂ ਡਰਨਗੇ ਜਿਵੇਂ ਕਾਂ ਗਲੇਲ ਤੋਂ ਡਰਦਾ। ਦੱਛਣ ਕੇ ਦਲ ਉੰਬੜੈ ਘਨੇ। ਉਧਰੋਂ ਦੱਖਣ ਦਿਸ਼ਾ ਤੋਂ ਹਮਲਾ ਮਰੱਟਿਆਂ ਨੇ ਕਰਨਾ। ਇਧਰੋਂ ਕਾਬਲ ਤੋਂ ਇਹਨਾਂ ਨੇ, ਇਧਰ ਪੰਜਾਬ ਦੀ ਧਰਤੀ ਤੇ ਖਾਲਸੇ ਨੇ ਗੱਜਣਾ ਹੈ। ਮੁਗਲਾਂ ਨੇ ਤਾਂ ਭਾਲਿਆ ਨਹੀਂ ਥਿਆਣਾ, ਇਹਨਾਂ ਦਾ ਰਾਜ ਤਾਂ ਦਿਸਣਾ ਹੀ ਨਹੀਂ ਹੈ। ਐਸਾ ਹੀ ਹੋਇਆ। ਉਧਰੋਂ ਮਰਾਠੇ ਚੜ ਕੇ ਆ ਜਾਂਦੇ ਦਿੱਲੀੋਂ, ਇਧਰੋਂ ਕਦੇ ਅਬਦਾਲੀ ਆ ਜਾਏ, ਕਦੇ ਨਾਦਰ ਤੇ ਕਦੇ ਖਾਲਸਾ ਵੀ ਜਾ ਕੇ ਦਿੱਲੀ ਤੇ ਆਪਣਾ ਸ਼ੇਰ ਪੰਜਾ ਮਾਰ ਆਇਆ ਕਰੇ। ਤੋ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਔਰੰਗਜ਼ੇਬ ਤੋਂ ਬਾਅਦ ਇਹਨਾਂ ਦਾ ਰਾਜ ਭਾਗ ਹਿੱਲ ਜਾਣਾ। ਲੋਟ ਕੋਟ ਜਗ ਕੋ ਦੁਖ ਬਨੇ। ਬਹੁਤ ਜ਼ਿਆਦਾ ਲੁੱਟ ਕੁੱਟ ਹੋਵੇਗੀ। ਸਾਰਾ ਜਗਤ ਬੜਾ ਦੁਖੀ ਹੋਵੇਗਾ ਜਦੋਂ ਕਾਬਲ ਤੋਂ ਆਵੇਗਾ ਨਾ ਨਾਦਰ ਅਬਦਾਲੀ। ਉਹ ਬੜਾ ਲੁੱਟ ਕੁੱਟ ਕਰੇਗਾ, ਹਜ਼ਾਰਾਂ ਲੋਕਾਂ ਦੇ ਘਰਾਂ ਨੂੰ ਉਜਾੜੇਗਾ, ਬਹੁਤ ਸਾਰੀਆਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਉਜਾੜੇਗਾ। ਤਬ ਹੈ ਸਿੰਘ ਗਰਜੈ ਬੜ ਭਾਰੇ। ਕਹਿੰਦੇ ਉਦੋਂ ਮੇਰਾ ਖਾਲਸਾ ਗਰਜੇਗਾ ਬੜੇ ਭਾਰੀ ਬਲ ਨਾਲ। ਜਿਸ ਅਬਦਾਲੀ ਨੂੰ ਦਿੱਲੀ ਨਾ ਰੋਕ ਸਕੇਗਾ, ਜਿਸ ਅਬਦਾਲੀ ਨੂੰ ਮੁਗਲ ਨਾ ਰੋਕ ਸਕਣਗੇ, ਜਿਸ ਅਬਦਾਲੀ ਨੂੰ ਮਰੱਟੇ ਨਾ ਰੋਕ ਸਕਣਗੇ, ਉਹ ਵੀ ਹਾਰ ਜਾਣਗੇ। ਉਸ ਅਬਦਾਲੀ ਨੂੰ ਖਾਲਸਾ ਪੰਜਾਬ ਦੀ ਧਰਤੀ ਤੇ ਅੱਗੋਂ ਆ ਕੇ ਟੱਕਰ ਕੇ ਰੋਕਿਆ ਕਰੇਗਾ। ਪੂਰੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਛੁਡਾਉਣ ਵਾਸਤੇ ਮੇਰਾ ਖਾਲਸਾ ਅੱਗੇ ਪਹੁੰਚਿਆ ਕਰੇਗਾ। ਉਹ ਹਿੰਦੁਸਤਾਨ ਨੂੰ ਲੁੱਟ ਕੇ ਲਿਆਇਆ ਕਰੇਗਾ ਤੇ ਖਾਲਸਾ ਪੰਜਾਬ ਦੀ ਧਰਤੀ ਤੇ ਅਬਦਾਲੀ ਨੂੰ ਲੁੱਟਿਆ ਕਰੇਗਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਬਲੀ ਹੋ ਕੇ ਆਉਣ ਵਾਲੇ ਸਮੇਂ ਵਿੱਚ ਉਸ ਵੇਲੇ ਗਰਜੇਗਾ। ਰਹਿ ਜੰਗ ਸੰਗ ਸੁਨ ਕੰਧਾਰੇ। ਉਸ ਕੰਧਾਰੀ ਨਾਲ ਜੰਗ ਬਚੇਗਾ। ਖਾਲਸੇ ਦਾ ਕਈ ਥਾਵਾਂ ਤੇ ਭੇੜ ਹੋਵੇਗਾ। ਪੂਰਬ ਵਿਖਾ ਮੌਨ ਵਧ ਜਾਵੇ। ਪੂਰਬ ਵਾਲੇ ਪਾਸੇ ਮੌਨ ਦਾ ਮਤਲਬ ਫਰੰਗੀ ਵਧ ਜਾਣਗੇ। ਉਸ ਪਾਸੇ ਫਰੰਗੀਆਂ ਦਾ ਰਾਜ ਸ਼ੁਰੂ ਹੋ ਜਾਏਗਾ। ਲੜ ਕਰ ਸਭ ਕੀ ਸਫਾ ਉਠਾਵੇ। ਔਰ ਉਹ ਲੜ ਕੇ ਹੌਲੇ ਹੌਲੇ ਸਾਰੇ ਰਾਜ ਭਾਗ ਨੂੰ ਆਪਣੇ ਅਧੀਨ ਕਰਕੇ ਇਹਨਾਂ ਦੀ ਸਫਾ ਉਠਾ ਦੇਣਗੇ। ਪਿਤਾ ਸਿੰਘ ਉਤ ਹੋਏ ਫਿਰੰਗੇ। ਉੱਧਰ ਫਿਰੰਗੀ ਹੋਣਗੇ, ਇੱਧਰ ਖਾਲਸੇ ਦਾ ਰਾਜ ਹੋਵੇਗਾ। ਦਲ ਦੋਨੋਂ ਕੋ ਹੈ ਬੜ ਜੰਗੇ। ਇੱਕ ਦਿਨ ਇਹ ਵੀ ਆਵੇਗਾ ਫਿਰ ਫਿਰੰਗੀਆਂ ਦਾ ਤੇ ਖਾਲਸੇ ਦਾ ਵੀ ਜੰਗ ਹੋਵੇਗਾ। ਮਹਾਰਾਜ ਜੀ ਕਹਿੰਦੇ ਇੱਕ ਪਾਸੇ ਫਿਰੰਗੀਆਂ ਦਾ ਰਾਜ ਹੋ ਜਾਏਗਾ, ਇੱਕ ਪਾਸੇ ਇੱਧਰ ਖਾਲਸੇ ਦਾ ਰਾਜ ਹੋਵੇਗਾ। ਫਿਰ ਖਾਲਸੇ ਦਾ ਤੇ ਫਿਰੰਗੀਆਂ ਦਾ ਦੋਹਾਂ ਦਲਾਂ ਦਾ ਵੀ ਜੰਗ ਹੋਵੇਗਾ। ਕੇਤ ਕਸਮਤ ਇਮਹੁ ਬਿਤਾਵੇ। ਲੜਦਿਆਂ ਭਿੜਦਿਆਂ ਕੁਝ ਸਾਲ ਬੀਤਣਗੇ। ਮਿਲ ਕਰ ਮਸਲਤ ਰਾਜ ਕਮਾਵੇ। ਔਰ ਫਿਰ ਕੁਝ ਸਮੇਂ ਲਈ ਸੰਧੀ ਹੋਵੇਗੀ ਖਾਲਸੇ ਦੀ ਤੇ ਅੰਗਰੇਜ਼ਾਂ ਦੀ। ਲੁਧਿਆਣੇ ਸੰਧੀ ਹੋਈ ਔਰ ਮਿਲ ਕੇ ਕੁਝ ਸਮਾਂ ਇਹਨਾਂ ਦਾ ਰਾਜ ਚੱਲੇਗਾ। ਵਧੈ ਖਾਲਸਾ ਲੈ ਬੜ ਰਾਜਾ। ਖਾਲਸਾ ਵਧੇਗਾ, ਪ੍ਰਤਾਪ ਕਰਕੇ ਰਾਜ ਪ੍ਰਾਪਤ ਕਰੇਗਾ। ਸਭ ਵਿਦਤੇ ਅਧਿਕਾਏ ਸਮਾਜਾ। ਪ੍ਰਕਾਰ ਨਾਲ ਖਾਲਸੇ ਦਾ ਸਮਾਜ ਵਧੇਗਾ। ਜਿਤ ਕਿਤ ਸਿੰਘ ਨਾਮ ਗੁਰ ਜਪੈ। ਗੁਰੂ ਕੇ ਸਿੰਘ ਨਾਮ ਜਪਣ ਵਾਲੇ, ਬਾਣੀ ਪੜਨ ਵਾਲੇ ਗੁਰਮੁਖ ਦਿਦਾਰੀ ਹੋਣਗੇ। ਚਾਹੇ ਉਥਪੈ ਕਿਸ ਹੂੰ ਥਪੈ। ਖਾਲਸੇ 'ਚ ਇੰਨਾ ਬਲ ਹੋਵੇਗਾ ਜਿਹਨੂੰ ਮਰਜ਼ੀ ਰਾਜਾ ਬਣਾ ਦਿਆ ਕਰਨਗੇ, ਜਿਹਦੇ ਕੋਲ ਮਰਜ਼ੀ ਰਾਜ ਖੋਹ ਲਿਆ ਕਰਨਗੇ। ਜਿਹਨੂੰ ਚਾਹੇ ਮਰਜ਼ੀ ਰਾਜਾ ਬਣਾ ਦਿਆ ਕਰਨਗੇ, ਜਿਹਨੂੰ ਚਾਹੇ ਮਰਜ਼ੀ ਉਹਦੇ ਕੋਲ ਰਾਜ ਖੋਹ ਲਿਆ ਕਰਨਗੇ। ਦੋਹਰਾ
ਘਰ ਘਰ ਉਜੜੈ ਘਰ ਘਰ ਵਸੈ। ਬਹੁਤ ਘਰ ਉਜੜਨਗੇ, ਕਿਤੇ ਬਹੁਤ ਘਰ ਵਸਣਗੇ। ਘਰ ਘਰ ਰੋਵੈ ਨਾਰ, ਬਹੁਤ ਘਰਾਂ ਦੇ ਵਿੱਚ ਇਸਤਰੀਆਂ ਚੀਕ ਝਾੜਾ ਪਾ ਕੇ ਰੋਣਗੀਆਂ, ਕਿਤੇ ਗੀਤ ਗਾਉਣਗੀਆਂ। ਘਰ ਘਰ ਪੂਜਾ ਘਰ ਘੁਮੰਡ, ਕਿਤੇ ਘਰਾਂ ਵਿੱਚ ਪੂਜਾ ਹੋਵੇਗੀ ਰੱਬ ਦੀ, ਤੇ ਕਿਤੇ ਘਰਾਂ ਵਿੱਚ ਹੰਕਾਰੀ ਲੋਕ ਰਹਿਣਗੇ। ਹਾਂਜੀ, ਘਰ ਘਰ ਹੋਏ ਮਰ ਸਾਰ, ਕਿਤੇ ਘਰਾਂ ਵਿੱਚ ਸਵਰਗ ਹੋਵੇਗਾ ਤੇ ਕਿਤੇ ਘਰਾਂ ਵਿੱਚ ਸ਼ਮਸ਼ਾਨ ਭੂਮੀਆਂ ਹੋਣਗੇ, ਜਿੱਥੇ ਰੱਬ ਨੂੰ ਵਿਸਾਰਨ ਵਾਲੇ ਭੂਤਾਂ ਪ੍ਰੇਤਾਂ ਦੇ ਮਨਿੰਦ ਲੋਕ ਰਹਿਣਗੇ। ਸੋ ਪਏ ਚਿਰੰਕਾਲ ਰੋ ਰਾਜ ਕਮਾਵੈ, ਤੇਰਾ ਖਾਲਸਾ ਰਾਜ ਕਰੇਗਾ। ਪਾਛੇ ਪੁਨ ਮਲੇਸ਼ ਵਧ ਜਾਵੇ, ਬਾਅਦ ਚ ਮਲੇਛਾਂ ਨੇ ਫਿਰ ਵੱਧ ਜਾਣਾ। ਕਲਯੁਗ ਕੋਲ ਹੋਏ ਜਿਸ ਕਾਲ, ਕਲਯੁਗ ਪੂਰੇ ਜੋਬਨ ਤੇ ਹੋਵੇਗਾ, ਘੋਰ ਸਮਾਂ ਹੋਵੇਗਾ ਕਲਯੁਗ ਦਾ। ਨਿਹ ਕਲੰਕ ਤਬ ਤੇਜ ਵਿਸਾਲ, ਵੇਲੇ ਫਿਰ ਨਿਹ ਕਲੰਕੀ ਅਵਤਾਰ ਇਸ ਭਾਰਤ ਖੰਡ ਦੀ ਭੂਮੀ ਤੇ ਆਵੇਗਾ, ਮਹਾਨ ਤੇਜ ਦੇ ਸਹਿਤ। ਪਰ ਪਾਪ ਸੰਭੂ ਬਿਨਾਸ਼ਨ ਕੋ ਕਲਕੀ ਅਵਤਾਰ ਕਹਾਵਾਂਗੇ। पल भाग पया हर संभल के हर जू हर मंदिर आवेंगे। कल पाप संभू विनाशन को कल की अवतार कहावेंगे। कलगीधर दे बचन ने कल पाप संभू विनाशन को कल युग दे पापां दा विनाश करन लई कल की अवतार कहावेंगे। कल की अवतार कहावेगा। पल भाग पया हर संभल के हर जू हर मंदिर आवेंगे। ਉਹ ਸੰਭਲਪੁਰ ਦੇ ਇਲਾਕੇ ਚੋਂ, ਇਹ ਸੰਭਲ ਦਾ ਇਲਾਕਾ ਸੰਭਲਪੁਰ ਉੜੀਸਾ ਦੇ ਵਿੱਚ ਹੈ, ਉੱਥੋਂ ਆਵੇਗਾ ਅਵਤਾਰ ਚੜ ਕੇ। ਬਸ ਫਿਰ ਸਫਾ ਹੀ ਉਠਾਉਂਦਾ ਆਵੇਗਾ ਮਲੇਛਾਂ ਦੀ। ਔਰ ਜਦੋਂ ਮਲੇਛਾਂ ਦੀ ਸਫਾ ਉੱਡ ਜਾਏਗੀ, ਉੱਠ ਗਈ ਸਫਾ ਮਲੇਛ ਕੀ ਕਰ ਕੂੜਾ ਪਾਸਾਰ। ਡੰਕਾ ਬਾਜਿਆ ਫਤਿਹ ਕਾ ਨਿਹ ਕਲੰਕ ਅਵਤਾਰ। ਕਹਿੰਦੇ ਫਿਰ ਉਸ ਵੇਲੇ ਮਲੇਛਾਂ ਦੀ ਸਫਾ ਜਿਹੜੀ ਆ ਰਾਜ ਭਾਗ ਦੀ ਉੱਠ ਜਾਏਗੀ। और फिर फतेह का जगारा जिहड़ा सारे संसार में गूंजेगा। और वो फतेह महाराज जी ने दिती है गुरु खालसे पंथ नूं। हाँ जी, इस प्रकार गुरु सकल सुनायो। वचन महाराज कलगीधर जी ने भविखत वचन सुनाए। सुन सिंघन सब शीस निवायो। महाराज जी दे वचन सब ने शीस झुका के मत्था टेकिया। कहे गुरु बख्श सिंह शुभ कथा। कथा भाई गुरबख्श सिंह जी, भाई राम कोयर जी, बाबा बुढ़ा साहब जी दी अंश चो रमदास पिंड च बैठे सुना रहे ने खालसे नूं। सिख श्रोता प्रेमी सुन कथा। सिख श्रोते प्रेमी ने जिवें तुसीं बैठे सुनदे हो ना कथा, इदां भाई राम कोयर साहब जी कोलों सिंह बह के सुनदे सन शाम नूं कथा। दोहरा रामदास कुल राम कोयर गोरे कती कह चुप। रमदास नगर दे रहन वाले बाबे बुढ़े दी कुल दे उजागर दीपक भाई साहब भाई राम कोयर जी जदों एक कथा सुना रहे सन, ते कथा सुनांदे एकदम चुप कर गए। ये कथा महाराज कलगीधर दी खालसे दी वडियाई दी। उस वेले अबदाली दे हमले हो रहे सन। तो जदों ये कथा भाई राम कोयर साहब जी सुना रहे सन, उधरों नादर भी आ रहा सी हिंदुस्तान ते चढ़ के। ते भाई साहब गुरु साहब दी उपमा करदे एकदम चुप कर गए। कहते लगी समाद पद लई गुप्त रस गुप। कहदे भाई राम कोयर साहब जी दी समाधि लग गई ते एकदम गुप हो गए अपने अंदर ही। गुप हो के अंदर दा जिहड़ा रस सी गुप्त उस नूं माणन लग पए। सिंह बैठे वेखी जाण भी भाई साहब दोबारा बोलणगे। पर भाई साहब कहदे उस दिन सारी रात भी बैठे रहे, अगला दिन भी सारा बीत गया। तीजे दिन जाके भाई साहब दे नेत्र खुले। कलगीधर दे रूप विच इहो जी सुरत जुड़ी समाधि स्थित हो गए। कलवर तारा पल सुनै कल जुग ताका दास। कल जुग दा वरतारा दस्सिया भाई साहब कहते भाई संतोख सिंह जिहड़ा इस कथा नूं पढ़ेगा सुनेगा ये कलयुग दा दास हो जाएगा। आखो सतनाम वाहिगुरू। कहता कलयुग दा दास हो जाएगा। पाप भगै भगती जगै
ਧਨ ਸਿੱਖ ਕੀ ਆਸ। ਜਿਹੜਾ ਇਸ ਕਥਾ ਨੂੰ ਸੁਣੇਗਾ ਉਹਦੇ ਪਾਪ ਭੱਜ ਜਾਣਗੇ, ਉਹਦੇ ਅੰਦਰ ਭਗਤੀ ਜਾਗੇਗੀ। ਧਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਅੰਦਰ ਇਹ ਆਸ ਹੈ ਖਾਲਸੇ ਦਾ ਰਾਜ ਹੋਵੇਗਾ।